ਹੈਲੋ ਸਟੂਡੈਂਟਸ, ਅੱਜ ਦਾ ਸਾਡਾ ਟੌਪਿਕ ਹੈ ਸਟਰਕਚਰ ਆਫ ਸੀ ਪ੍ਰੋਗਰਾਮ। ਸਟਰਕਚਰ ਤੋਂ ਇੱਥੇ ਸਾਡਾ ਮੀਨਿੰਗ ਹੈ ਕਿ ਸੀ ਪ੍ਰੋਗਰਾਮ ਤੁਸੀਂ ਕਿਸ ਤਰ੍ਹਾਂ ਬਣਾਓਗੇ। ਸਭ ਤੋਂ ਪਹਿਲਾਂ ਕੀ ਬਣਾਓਗੇ, ਉਸ ਤੋਂ ਬਾਅਦ ਕੀ, ਦੈਨ ਉਸ ਤੋਂ ਬਾਅਦ ਕੀ। ਮੀਨਸ ਜਿਵੇਂ ਤੁਸੀਂ ਸਭ ਨੇ HTML ਲੈਂਗੁਏਜ ਕੀਤੀ ਹੈ ਤਾਂ ਉਸ HTML ਲੈਂਗੁਏਜ ਦੇ ਵਿੱਚ ਜਦੋਂ ਆਪਾਂ ਕੀਤਾ ਤਾਂ HTML ਟੈਗ ਤੋਂ ਬਾਅਦ ਆਪਾਂ ਹੈੱਡ ਤੋਂ ਬਾਅਦ ਬੋਡੀ, ਦੈਨ ਬੋਡੀ ਤੋਂ ਬਾਅਦ HTML ਕਲੋਜ਼, ਇੱਦਾਂ ਕੁਛ ਰੂਲਸ ਕੀਤੇ ਸੀ ਕਿ ਸਭ ਤੋਂ ਪਹਿਲਾਂ ਇਹ ਆਊਗਾ, ਉਸ ਤੋਂ ਬਾਅਦ ਇਹ, ਉਸਨੂੰ ਬੋਲਿਆ ਜਾਂਦਾ ਸਟਰਕਚਰ। ਤੇ ਇਸੇ ਤਰ੍ਹਾਂ ਹੁਣ ਅਸੀਂ ਕਰਨ ਜਾ ਰਹੇ ਹਾਂ ਸੀ ਲੈਂਗੁਏਜ ਦਾ ਸਟਰਕਚਰ। ਸੀ ਲੈਂਗੁਏਜ ਦਾ ਪ੍ਰੋਗਰਾਮ ਬਣਾਉਣ ਲੱਗੇ ਤੁਸੀਂ ਸਭ ਤੋਂ ਪਹਿਲਾਂ ਡਾਕੂਮੈਂਟੇਸ਼ਨ, ਦੈਨ ਲਿੰਕ ਸੈਕਸ਼ਨ, ਡੈਫੀਨੇਸ਼ਨ ਸੈਕਸ਼ਨ, ਗਲੋਬਲ ਡੈਕਲੇਰੇਸ਼ਨ ਸੈਕਸ਼ਨ, ਮੇਨ ਫੰਕਸ਼ਨ, ਸਬ ਪ੍ਰੋਗਰਾਮ ਸੈਕਸ਼ਨ। ਇਹਦੇ ਵਿੱਚੋਂ ਡਾਕੂਮੈਂਟੇਸ਼ਨ, ਡੈਫੀਨੇਸ਼ਨ, ਗਲੋਬਲ ਅਤੇ ਸਬ ਪ੍ਰੋਗਰਾਮ ਸੈਕਸ਼ਨ ਆਪਸ਼ਨਲ ਹੈ। ਤੁਸੀਂ ਆਪਣੀ ਲੋੜ ਮੁਤਾਬਿਕ ਲਗਾ ਵੀ ਸਕਦੇ ਹੋ, ਅਦਰਵਾਈਜ਼ ਤੁਸੀਂ ਸਕਿਪ ਵੀ ਕਰ ਸਕਦੇ ਹੋਗੇ। ਹੁਣ ਅਸੀਂ ਕਰਨ ਜਾ ਰਹੇ ਹਾਂ 1 ਬਾਏ 1 ਡਿਟੇਲ ਦੇ ਵਿੱਚ ਤੁਹਾਡੇ ਟੌਪਿਕਸ। ਸਭ ਤੋਂ ਪਹਿਲਾਂ ਡਾਕੂਮੈਂਟੇਸ਼ਨ ਸੈਕਸ਼ਨ। ਡਾਕੂਮੈਂਟੇਸ਼ਨ ਸੈਕਸ਼ਨ ਕੀ ਹੈ? ਵੇਅਰ ਦ ਪ੍ਰੋਗਰਾਮਰ ਗਿਵਸ ਦ ਡਿਟੇਲਸ ਆਫ ਦ ਪ੍ਰੋਗਰਾਮਰ like the name of the program, the details of the author and other details like time of coding and description. It provides the overview of the code. Documentation section ਦੇ ਵਿੱਚ ਤੁਹਾਡੇ ਪ੍ਰੋਗਰਾਮ ਬਾਰੇ ਤੁਸੀਂ ਲਿਖਦੇ ਹੋ। ਪ੍ਰੋਗਰਾਮ ਨਹੀਂ ਲਿਖਣਾ, ਪ੍ਰੋਗਰਾਮ ਬਾਰੇ ਜਿਵੇਂ ਅਸੀਂ ਲਿਖਣਾ ਚਾਹੁੰਦੇ ਹਾਂ ਪ੍ਰੋਗਰਾਮ ਦਾ ਨਾਮ ਕੀ ਹੈ, ਕਿਹਨੇ ਬਣਾਇਆ, ਕਦੋਂ ਬਣਾਇਆ, ਕਿਸ ਕੰਮ ਲਈ ਅਸੀਂ ਉਸ ਨੂੰ ਬਣਾ ਰਹੇ ਹਾਂਗੇ, ਉਹ ਸਾਰੀ ਡਿਟੇਲ ਜੇਕਰ ਤੁਸੀਂ ਦੇਣਾ ਚਾਹੁੰਦੇ ਹੋ ਆਪਣੇ ਲਈ, ਮਤਲਬ ਤੁਸੀਂ ਵੈਸੇ ਉੱਪਰ ਲਿਖਣੀ ਚਾਹੁੰਦੇ ਹੋ ਕਿ ਡਿਟੇਲ, ਤਾਂ ਉਹਨੂੰ ਤੁਸੀਂ ਡਾਕੂਮੈਂਟੇਸ਼ਨ ਸੈਕਸ਼ਨ ਬੋਲਦੇ ਆ। ਇਹ ਦੇਣਾ ਨਾ ਦੇਣਾ ਜਿਹੜਾ ਤੁਹਾਡਾ ਪਾਰਟ ਹੈ ਇਹ ਆਪਸ਼ਨਲ ਪਾਰਟ ਹੈ ਕਿ ਤੁਸੀਂ ਆਪਣੀ ਲੋੜ ਮੁਤਾਬਿਕ ਇਸ ਪਾਰਟ ਨੂੰ ਦੇ ਵੀ ਸਕਦੇ ਹੋ ਜਾਂ ਛੱਡ ਵੀ ਸਕਦੇ ਹੋ। ਡਾਕੂਮੈਂਟੇਸ਼ਨ ਸੈਕਸ਼ਨ ਦੇ ਲਈ ਅਸੀਂ ਕਮੈਂਟਸ ਯੂਜ਼ ਕਰਦੇ ਆਂਗੇ। ਜਿਸ ਤਰੀਕੇ ਨਾਲ ਤੁਸੀਂ ਡਾਕੂਮੈਂਟੇਸ਼ਨ ਦੋਗੇ ਉਸ ਨੂੰ ਅਸੀਂ ਬੋਲਦੇ ਹਾਂ ਕਮੈਂਟਸ। ਕਮੈਂਟ ਤੁਹਾਡੇ ਨਾਨ ਐਗਜ਼ੀਕਿਊਟੇਬਲ ਸਟੇਟਮੈਂਟਸ ਹੁੰਦੀਆਂ ਨੇ। ਨਾਨ ਐਗਜ਼ੀਕਿਊਟੇਬਲ ਸਟੇਟਮੈਂਟਸ ਮੀਨਸ ਉਹ ਸਟੇਟਮੈਂਟਸ ਜਿਨ੍ਹਾਂ ਨੂੰ ਕੰਪਾਈਲਰ ਇਗਨੋਰ ਕਰਦਾ, ਇਹਨਾਂ ਨੂੰ ਰਨ ਨਹੀਂ ਕਰਦਾ। ਇਹ ਸਿਰਫ ਅਸੀਂ ਆਪਣੇ ਲਈ ਲਿਖ ਰਹੇ ਹਾਂ, ਕੰਪਾਈਲਰ ਇਹਨਾਂ ਲਾਈਨਸ ਨੂੰ ਨਹੀਂ ਪੜ੍ਹਦਾ। ਇਸ ਲਈ ਅਸੀਂ ਬੋਲਦੇ ਹਾਂ ਕਿ ਕਮੈਂਟਸ ਤੁਹਾਡੇ ਹਮੇਸ਼ਾ ਨਾਨ ਐਗਜ਼ੀਕਿਊਟੇਬਲ ਸਟੇਟਮੈਂਟਸ ਹੁੰਦੀਆਂ ਨੇ। ਕਮੈਂਟਸ ਆਰ ਇਗਨੋਰਡ ਬਾਈ ਕੰਪਾਈਲਰ। ਮੈਂ ਪਹਿਲਾਂ ਵੀ ਦੱਸਿਆ ਕਿ ਕੰਪਾਈਲਰ ਤੁਹਾਡਾ ਕਮੈਂਟਸ ਨੂੰ ਇਗਨੋਰ ਕਰਦਾ, ਉਹ ਕਮੈਂਟਸ ਨੂੰ ਰੀਡ ਨਹੀਂ ਕਰੂਗਾ। ਕਮੈਂਟਸ ਤੁਹਾਡੇ ਆਪਸ਼ਨਲ ਪਾਰਟ ਆ, ਸਕਿਪ ਵੀ ਤੁਸੀਂ ਕਰ ਸਕਦੇ ਹੋ ਜਾਂ ਦੇ ਵੀ ਸਕਦੇ ਹੋ। ਕਮੈਂਟਸ ਦੇਣ ਦੇ ਹੁਣ ਦੋ ਮੈਥਡ ਨੇ। ਜੇਕਰ ਤੁਸੀਂ ਇੱਕ ਪ੍ਰੋਗਰਾਮ ਦੇ ਵਿੱਚ ਕਮੈਂਟ ਲਗਾਉਣਾ ਚਾਹੁੰਦੇ ਹੋ, ਮੀਨਸ ਕਮੈਂਟ ਦੀ ਹੈਲਪ ਨਾਲ ਤੁਸੀਂ ਪ੍ਰੋਗਰਾਮ ਡਿਟੇਲ ਲਿਖਣਾ ਚਾਹੁੰਦੇ ਹੋ, ਜਿਹਨੂੰ ਕਿ ਅਸੀਂ ਡਾਕੂਮੈਂਟੇਸ਼ਨ ਬੋਲਦੇ ਹਾਂ, ਤਾਂ ਤੁਸੀਂ ਦੋ ਮੈਥਡਸ ਦੇ ਵਿੱਚੋਂ ਕੋਈ ਵੀ ਇੱਕ ਮੈਥਡ ਯੂਜ਼ ਕਰ ਸਕਦੇ ਹੋ। ਫਸਟ ਮੈਥਡ ਹੈ ਸਿੰਗਲ ਲਾਈਨ ਕਮੈਂਟ, ਸੈਕਿੰਡ ਹੈ ਮਲਟੀ ਲਾਈਨ ਕਮੈਂਟ। ਨਾਮ ਤੋਂ ਹੀ ਇਹਨਾਂ ਬਾਰੇ ਕਲੀਅਰ ਹੈ ਕਿ ਸਿੰਗਲ ਲਾਈਨ ਕਮੈਂਟ ਉਹ ਜਿਹੜੀ ਸਿੰਗਲ ਲਾਈਨ 'ਤੇ ਮਤਲਬ ਇੱਕ ਲਾਈਨ 'ਤੇ ਲੱਗਣਗੇ। ਜੇਕਰ ਤੁਸੀਂ ਇੱਕ ਲਾਈਨ 'ਤੇ ਲਗਾਉਣਾ ਤਾਂ ਇਸਨੂੰ ਯੂਜ਼ ਕਰੋ। ਜੇ ਤੁਸੀਂ 3 ਲਾਈਨਸ 'ਤੇ ਲਗਾ ਰਹੇ ਹੋ ਤਾਂ ਤਿੰਨੋਂ ਲਾਈਨਸ ਦੇ ਅੱਗੇ ਤੁਹਾਨੂੰ ਬਾਰ-ਬਾਰ ਇਹ ਡਬਲ ਸਲੈਸ਼ ਯੂਜ਼ ਕਰਨੀ ਪਊਗੀ, ਕਿਉਂਕਿ ਇਹ ਸਿੰਗਲ ਲਾਈਨ ਹੀ ਹੈ। ਇੱਕ ਲਾਈਨ ਤੋਂ ਬਾਅਦ ਫਿਰ ਕਮੈਂਟ ਹੈ ਤਾਂ ਫਿਰ ਦੁਬਾਰਾ ਤੋਂ ਲਗਾਓ ਇਹ ਡਬਲ ਸਲੈਸ਼, ਫਿਰ ਕਮੈਂਟ ਹੈ ਤਾਂ ਉਸ ਤੋਂ ਬਾਅਦ ਦੁਬਾਰਾ ਫਿਰ ਤੁਸੀਂ ਇਹ ਡਬਲ ਸਲੈਸ਼ ਯੂਜ਼ ਕਰੋਗੇ। ਬਟ ਜੇ ਸਪੋਜ਼ ਕਰੋ ਕਿ 10 ਲਾਈਨਸ ਦਾ ਕਮੈਂਟ ਹੈ, ਕਿ ਆਪਾਂ 10 ਵਾਰ ਸਲੈਸ਼ ਪਾਉਂਦੇ ਰਹਾਂਗੇ ਤਾਂ ਇਹ ਚੀਜ਼ ਪੋਸੀਬਲ ਨਹੀਂ। ਉਦੋਂ ਤੁਸੀਂ ਕੀ ਕਰੋ, ਤੁਸੀਂ ਮਲਟੀ ਲਾਈਨ ਕਮੈਂਟ ਨੂੰ ਯੂਜ਼ ਕਰੋ। ਮਲਟੀ ਲਾਈਨ ਕਮੈਂਟ ਜਿਹੜੇ ਤੁਸੀਂ ਬਹੁਤ ਲਾਈਨਾਂ ਦੇ ਵਿੱਚ ਜੇਕਰ ਕਮੈਂਟ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਮਲਟੀ ਲਾਈਨ ਕਮੈਂਟ ਯੂਜ਼ ਕਰੋ। ਇਸ ਦੇ ਵਿੱਚ ਕੀ ਹੈ ਕਿ ਤੁਸੀਂ ਸ਼ੁਰੂ ਦੇ ਵਿੱਚ ਲਗਾਓਗੇ ਸਲੈਸ਼ ਸਟਾਰ, ਅਤੇ ਜਿੰਨੇ ਕਮੈਂਟਸ ਹੈਗੇ, ਜਿੰਨੀਆਂ 20 ਲਾਈਨਸ ਦਾ ਤੁਹਾਡਾ ਕਮੈਂਟ ਹੈ, ਉਹ ਸਾਰੀਆਂ ਲਾਈਨਸ 'ਚ ਲਿਖਣ ਤੋਂ ਬਾਅਦ ਤੁਸੀਂ ਲਗਾਓਗੇ ਦੁਬਾਰਾ ਤੋਂ ਸਟਾਰ ਸਲੈਸ਼। ਇਸ ਨੂੰ ਮਲਟੀ ਲਾਈਨ ਕਮੈਂਟ ਬੋਲਿਆ ਜਾਂਦਾ। ਜਿੱਥੇ ਸਿੰਗਲ ਲਾਈਨ ਕਮੈਂਟ ਦੇ ਵਿੱਚ ਬਾਰ-ਬਾਰ ਤੁਹਾਨੂੰ ਜ਼ਰੂਰਤ ਪੈ ਰਹੀ ਸੀਗੀ, ਇੱਕ ਕਰਕੇ ਤੁਸੀਂ ਇੰਨੇ ਵਾਰ ਹੀ ਇਹ ਡਬਲ ਸਲੈਸ਼ ਲਗਾਉਂਦੇ ਸੀ। ਇਸ ਵਾਰ ਜਿੰਨੀ 20 ਲਾਈਨਸ ਦਾ ਕਮੈਂਟ ਹੈ ਤੁਸੀਂ ਜਸਟ ਇੱਕ ਵਾਰ ਸਲੈਸ਼ ਸਟਾਰ ਅਤੇ ਐਂਡ 'ਤੇ ਸਟਾਰ ਸਲੈਸ਼ ਲਗਾਓਗੇ ਤਾਂ ਤੁਹਾਡਾ ਮਲਟੀ ਲਾਈਨ ਕਮੈਂਟ ਬਣ ਜੂਗਾ। ਐਗਜ਼ਾਮਪਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਪੋਜ਼ ਤੁਸੀਂ ਕੋਈ ਪ੍ਰੋਗਰਾਮ ਲਿਖਣ ਤੋਂ ਪਹਿਲਾਂ ਉਸ ਬਾਰੇ ਡਿਟੇਲ ਲਿਖੀ ਤਾਂ ਸਲੈਸ਼ ਸਟਾਰ ਸ਼ੁਰੂ ਕਰਕੇ ਤੁਸੀਂ ਲਿਖਿਆ ਫਾਈਲ ਨੇਮ, ਜਿਹੜਾ ਤੁਹਾਡੇ ਪ੍ਰੋਗਰਾਮ ਦਾ ਨਾਮ ਹੈ, ਆਥਰ, ਦੈਨ ਡੇਟ, ਦੈਨ ਡਿਸਕ੍ਰਿਪਸ਼ਨ, ਅ ਪ੍ਰੋਗਰਾਮ ਟੂ ਡਿਸਪਲੇ ਯੋਰ ਨੇਮ। ਇਸ ਤਰ੍ਹਾਂ ਦੀ ਡਿਟੇਲ ਦੇਣ ਲਈ ਅਸੀਂ ਡਾਕੂਮੈਂਟੇਸ਼ਨ ਸੈਕਸ਼ਨ ਨੂੰ ਯੂਜ਼ ਕਰਦੇ ਹਾਂ। ਡਾਕੂਮੈਂਟੇਸ਼ਨ ਸੈਕਸ਼ਨ ਤੋਂ ਬਾਅਦ ਆਉਂਦਾ ਤੁਹਾਡਾ ਲਿੰਕ ਸੈਕਸ਼ਨ। ਲਿੰਕ ਨਾਮ ਤੋਂ ਹੀ ਕਲੀਅਰ ਹੈ ਕਿਸੇ ਚੀਜ਼ ਨੂੰ ਲਿੰਕ ਕਰਨਾ, ਤੇ ਇਹਦੇ ਬਾਰੇ ਪੜ੍ਹਦੇ ਹਾਂ ਅਸੀਂ। ਯੂਜ਼ ਟੂ ਡਿਕਲੇਅਰ ਆਲ ਦ ਹੈਡਰ ਫਾਈਲਸ। ਆਲ ਹੈਡਰ ਫਾਈਲਸ ਮਸਟ ਬੀ ਰਿਟਨ ਬਿਫੋਰ ਮੇਨ
This leads to the compiler being told to link the header files to the system libraries. Header files are used for built-in functions like scanf, printf. ਤੁਹਾਨੂੰ ਪਹਿਲਾਂ ਵੀ ਮੈਂ ਬਹੁਤ ਵਾਰ ਦੱਸਿਆ ਕਿ ਹੈਡਰ ਫਾਈਲਸ ਦਾ ਜਿਹੜਾ ਕੰਮ ਹੈ ਉਹ ਹੈ ਕਿ ਜਿਹੜੇ ਤੁਹਾਡੇ ਬਿਲਟ ਇਨ ਫੰਕਸ਼ਨਸ ਨੇ, ਲਾਇਬ੍ਰੇਰੀ ਫੰਕਸ਼ਨਸ ਨੇ, ਜਿਵੇਂ ਸਕੈਨਐਫ, ਪ੍ਰਿੰਟਐਫ, ਉਹ ਫੰਕਸ਼ਨ ਜਿਨ੍ਹਾਂ ਨੂੰ ਅਸੀਂ ਬੋਲਦੇ ਹਾਂ ਕਿ ਬੇਟਾ ਇਹ ਪਹਿਲਾਂ ਤੋਂ ਹੀ ਬਣੇ ਹੋਏ ਆ, ਆਪਾਂ ਇਹਨਾਂ ਨੂੰ ਇਸ ਕੰਮ ਲਈ ਯੂਜ਼ ਕਰਨਾ ਕਿ ਇਨਪੁਟ ਲੈਣ ਲਈ ਸਕੈਨਐਫ ਯੂਜ਼ ਕਰੋ, ਆਊਟਪੁੱਟ ਦਿਖਾਉਣ ਲਈ ਪ੍ਰਿੰਟਐਫ ਯੂਜ਼ ਕਰੋ, ਐਵੇਂ ਸਕੁਅਰ ਰੂਟ ਕੱਢਣ ਲਈ SQRT ਫੰਕਸ਼ਨ ਯੂਜ਼ ਕਰੋ। ਇੱਦਾਂ ਬਹੁਤ ਸਾਰੇ ਹੋਰ ਫੰਕਸ਼ਨਸ ਨੇ। ਤਾਂ ਇਹ ਫੰਕਸ਼ਨਸ ਆਲਰੇਡੀ ਬਣੇ ਹੋਏ ਨੇ, ਅਸੀਂ ਸਿਰਫ ਇਹਨਾਂ ਫੰਕਸ਼ਨਸ ਨੂੰ ਯੂਜ਼ ਕਰਨਾ ਆਪਣੀ ਲੋੜ ਦੇ ਮੁਤਾਬਿਕ। ਤਾਂ ਜੇਕਰ ਤੁਸੀਂ ਪ੍ਰੋਗਰਾਮ ਦੇ ਵਿੱਚ ਇੱਦਾਂ ਦੇ ਬਣੇ ਹੋਏ ਫੰਕਸ਼ਨ ਯੂਜ਼ ਕਰਦੇ ਹੋ ਤਾਂ ਤੁਹਾਨੂੰ ਉਸ ਦੇ ਕੋਰਸਪੋਂਡਿੰਗ ਉਸਦੀ ਜਿਹੜੀ ਵੀ ਹੈਡਰ ਫਾਈਲ ਹੈ ਉਸ ਨੂੰ ਆਪਣੇ ਪ੍ਰੋਗਰਾਮ ਨਾਲ ਇੰਕਲੂਡ ਕਰਨਾ ਪਵੇਗਾ। ਤੁਸੀਂ ਪ੍ਰੋਗਰਾਮ ਦੇ ਵਿੱਚ ਇੱਕ ਹੈਡਰ ਫਾਈਲ ਜਾਂ ਇੱਕ ਤੋਂ ਵੱਧ ਹੈਡਰ ਫਾਈਲਸ ਵੀ ਲਗਾ ਸਕਦੇ ਹੋ। ਡਿਪੈਂਡ ਕਰੇਗਾ ਕਿ ਤੁਸੀਂ ਕਿਹੜੇ ਕਿਹੜੇ ਲਾਇਬ੍ਰੇਰੀ ਫੰਕਸ਼ਨਸ ਆਪਣੇ ਪ੍ਰੋਗਰਾਮ ਦੇ ਵਿੱਚ ਯੂਜ਼ ਕੀਤੇ ਨੇ। ਤਾਂ ਇਸ ਜਿਹੜੀਆਂ ਸਟੇਟਮੈਂਟਸ ਨੇ ਇਸ ਤੋਂ ਕੰਪਾਈਲਰ ਨੂੰ ਪਤਾ ਲੱਗ ਜਾਂਦਾ ਕਿ ਆਹ ਹੈਡਰ ਫਾਈਲਸ ਨੂੰ ਉਹਨੇ ਤੁਹਾਡੇ ਪ੍ਰੋਗਰਾਮ ਦੇ ਨਾਲ ਲਿੰਕ ਕਰਨਾ, ਅਤੇ ਹੈਡਰ ਫਾਈਲਸ ਤੁਹਾਡੀਆਂ ਹਮੇਸ਼ਾ ਮੇਨ ਤੋਂ ਪਹਿਲਾਂ ਲਗਾਈਆਂ ਜਾਂਦੀਆਂ ਗੀਆਂ, ਅਤੇ ਹੈਡਰ ਫਾਈਲਸ ਲਗਾਉਣੀਆਂ ਤੁਹਾਡੀਆਂ ਕੰਪਲਸਰੀ ਨੇ, ਮਤਲਬ ਤੁਹਾਨੂੰ ਇਹ ਲਗਾਉਣੀਆਂ ਪੈਣਗੀਆਂ। ਹੈਡਰ ਫਾਈਲਸ 2, 3, 4 ਉਹ ਤੁਹਾਡੇ ਅਕੋਰਡਿੰਗ ਹੋ ਸਕਦਾ ਕਿ ਜਿੰਨੇ ਤੁਸੀਂ ਲਾਇਬ੍ਰੇਰੀ ਫੰਕਸ਼ਨ ਯੂਜ਼ ਕਰ ਰਹੇ ਹੋ ਉਸ ਕੋਰਸਪੋਂਡਿੰਗ ਤੁਸੀਂ ਉਹਨਾਂ ਦੀਆਂ ਹੈਡਰ ਫਾਈਲਸ ਨੂੰ ਐਡ ਕਰੋਗੇ। ਥਰਡ ਹੈ ਡੈਫੀਨੇਸ਼ਨ ਸੈਕਸ਼ਨ। ਡੈਫੀਨੇਸ਼ਨ ਸੈਕਸ਼ਨ ਨੂੰ ਯੂਜ਼ ਕੀਤਾ ਜਾਂਦਾ ਹੈਗਾ ਟੂ ਡਿਫਾਈਨ ਡਿਫਰੈਂਟ ਕੌਨਸਟੈਂਟ ਮੀਨਸ ਫਿਕਸਡ ਵੈਲਿਊ। ਜੇਕਰ ਤੁਸੀਂ ਪ੍ਰੋਗਰਾਮ ਦੇ ਵਿੱਚ ਕੋਈ ਫਿਕਸਡ ਵੈਲਿਊ ਲੈਣਾ ਚਾਹੁੰਦੇ ਹੋ ਤਾਂ ਉਸ ਟਾਈਮ 'ਤੇ ਤੁਸੀਂ ਯੂਜ਼ ਕਰੋਗੇ ਡੈਫੀਨੇਸ਼ਨ ਸੈਕਸ਼ਨ ਨੂੰ, ਜਿਸ ਦੀ ਹੈਲਪ ਨਾਲ ਤੁਸੀਂ ਕੌਨਸਟੈਂਟ ਡਿਫਾਈਨ ਕਰਦੇ ਹੋ। ਆਲਸੋ ਕਾਲਡ ਸਿੰਬੋਲਿਕ ਕੌਨਸਟੈਂਟ, ਇਹਨੂੰ ਸਿੰਬੋਲਿਕ ਕੌਨਸਟੈਂਟ ਵੀ ਬੋਲਿਆ ਜਾਂਦਾ ਹੈਗਾ। ਦ ਕੀਵਰਡ ਡਿਫਾਈਨ ਇਜ਼ ਯੂਜ਼ਡ ਇਨ ਦਿਸ ਪਾਰਟ। ਇਸ ਦੇ ਵਿੱਚ ਇੱਕ ਕੀਵਰਡ ਯੂਜ਼ ਕੀਤਾ ਜਾਂਦਾ ਡਿਫਾਈਨ। ਤਾਂ ਡਿਫਾਈਨ ਜੇਕਰ ਤੁਸੀਂ ਵਰਡ ਲਿਖਦੇ ਹੋ ਉੱਥੋਂ ਕੰਪਿਊਟਰ ਨੂੰ ਜਾਂ ਕਹਿ ਲਓ ਤੁਹਾਡੇ ਕੰਪਾਈਲਰ ਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਕੋਈ ਕੌਨਸਟੈਂਟ ਡਿਫਾਈਨ ਕਰਨ ਜਾ ਰਹੇ ਹੋ। ਇਹ ਪਾਰਟ ਵੀ ਤੁਹਾਡਾ ਆਪਸ਼ਨਲ ਹੈ, ਤੁਸੀਂ ਲੋੜ ਮੁਤਾਬਿਕ ਇਸ ਨੂੰ ਲਗਾ ਵੀ ਸਕਦੇ ਹੋ ਜਾਂ ਛੱਡ ਵੀ ਸਕਦੇ ਹੋ। ਤਾਂ ਹੁਣ ਇੱਥੇ ਕੌਨਸਟੈਂਟ ਨੂੰ ਅਸੀਂ ਐਗਜ਼ਾਮਪਲ ਦੇ ਨਾਲ ਦੇਖਦੇ ਹਾਂ ਕਿ ਕੌਨਸਟੈਂਟ ਤੋਂ ਕੀ ਮੀਨਿੰਗ ਹੈ। ਤੁਸੀਂ ਲਿਖੋਗੇ ਹੈਸ਼ ਡਿਫਾਈਨ, ਉਹਦਾ ਕੋਈ ਵੀ ਨਾਮ, ਜਿਵੇਂ ਅਸੀਂ ਇੱਥੇ ਲਿਖਿਆ ਪਾਈ, ਉਹਦੇ ਕੋਈ ਇੱਕ ਨੰਬਰ ਜਿਵੇਂ 3.142। ਤਾਂ ਇੱਥੇ ਅਸੀਂ ਕੀ ਕੀਤਾ, ਅਸੀਂ ਪਾਈ ਦੀ ਇੱਕ ਵੈਲਿਊ ਦੇਤੀ 3.142। ਹੁਣ ਪੂਰੇ ਪ੍ਰੋਗਰਾਮ ਤੁਸੀਂ ਨੀਚੇ ਜਿੱਥੇ ਵੀ ਪਾਈ ਲਿਖੋਗੇ ਦੈਟ ਮੀਨਸ ਉਹਦੀ ਵੈਲਿਊ ਆਪਣੇ ਆਪ ਚੱਕੂਗਾ 3.142। ਇੱਥੇ ਨੋਟ ਕਰਨ ਵਾਲੀ ਗੱਲ ਹੈ ਕਿ ਤੁਸੀਂ ਹੈਸ਼ ਡਿਫਾਈਨ ਲਿਖਿਆ, ਦੈਨ ਉਹਦਾ ਨਾਮ, ਦੈਨ ਵੈਲਿਊ, ਬਟ ਪਿੱਛੇ ਸੈਮੀਕੋਲਨ ਨਹੀਂ ਆਉਂਦਾ, ਨਾ ਹੀ ਤਾਂ ਤੁਹਾਡੀਆਂ ਹੈਡਰ ਫਾਈਲਸ ਦੇ ਪਿੱਛੇ ਅਤੇ ਨਾ ਹੀ ਡੈਫੀਨੇਸ਼ਨ ਸੈਕਸ਼ਨ ਦੇ ਪਿੱਛੇ ਸੈਮੀਕੋਲਨ ਆਵੇ। ਤਾਂ ਇੱਥੇ ਜਿਹੜਾ ਅਸੀਂ ਹੈਸ਼ ਡਿਫਾਈਨ ਯੂਜ਼ ਕੀਤਾ ਇਸ ਨੂੰ ਪ੍ਰੀ ਪ੍ਰੋਸੈਸਰ ਡਾਇਰੈਕਟਿਵ ਬੋਲਦੇ ਨੇ। ਪਾਈ ਜਿਹੜਾ ਹੈ ਉਹ ਸਿੰਬੋਲਿਕ ਨੇਮ ਹੈ, ਤੁਸੀਂ ਕੋਈ ਵੀ ਨਾਮ ਰੱਖ ਸਕਦੇ ਹੋ। ਅਤੇ 3.142 ਤੁਹਾਡੇ ਇੱਕ ਸਿੰਬੋਲਿਕ ਕੌਨਸਟੈਂਟ ਦੀ ਵੈਲਿਊ, ਤੁਸੀਂ ਕੋਈ ਵੀ ਕੌਨਸਟੈਂਟ ਵੈਲਿਊ ਦੇ ਸਕਦੇ ਹੋ। ਇਸ ਨੂੰ ਅਸੀਂ ਪ੍ਰੋਗਰਾਮ ਦੇ ਨਾਲ ਦੇਖਦੇ ਹਾਂ। ਜਿਵੇਂ ਇਸ ਪ੍ਰੋਗਰਾਮ ਦੇ ਵਿੱਚ ਹੈਡਰ ਫਾਈਲਸ ਤੋਂ ਬਾਅਦ ਅਤੇ ਮੇਨ ਤੋਂ ਪਹਿਲਾਂ ਮੈਂ ਡਿਫਾਈਨ ਕੀਤਾ ਹੈਸ਼ ਡਿਫਾਈਨ M100। ਦੈਟ ਮੀਨਸ ਤੁਹਾਡਾ ਇੱਕ M ਵੇਰੀਏਬਲ ਕਹਿ ਲਓ ਜਾਂ ਕੌਨਸਟੈਂਟ ਹੈ ਜਿਹਦੀ ਵੈਲਿਊ ਪ੍ਰੋਗਰਾਮ ਦੇ ਵਿੱਚ 100 ਮੰਨੀ ਜਾਊਗੀ। ਨੀਚੇ ਤੁਸੀਂ ਪ੍ਰੋਗਰਾਮ ਦੇ ਵਿੱਚ ਹੋਰ ਵੇਰੀਏਬਲ ਹੈ ਜਿਵੇਂ ਇੰਟ a = 5, b = a × m। ਹੁਣ m ਸਾਡਾ ਇੱਥੇ ਸਿੰਬੋਲਿਕ ਕੌਨਸਟੈਂਟ ਹੈ ਤਾਂ ਉਹਨੇ a × m ਕੀਤਾ, ਯਾਨੀ ਕਿ 5 × 100। ਤਾਂ b ਦੇ ਵਿੱਚ ਕੀ ਸਟੋਰ ਹੋ ਗਿਆ 500। ਉਸ ਤੋਂ ਬਾਅਦ ਅਸੀਂ ਉਹਨੂੰ ਉਹੀ ਵੈਲਿਊ ਪ੍ਰਿੰਟ ਕਰਵਾਉਣ ਨੂੰ ਕਹਿ ਰਹੇ ਹਾਂ ਤਾਂ ਉਹਨੇ b ਦੀ ਵੈਲਿਊ ਪ੍ਰਿੰਟ ਕਰਵਾਈ 500। ਤਾਂ ਇੱਥੋਂ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਕਿ ਜੇਕਰ ਤੁਸੀਂ ਪ੍ਰੋਗਰਾਮ ਦੇ ਵਿੱਚ ਇਹੋ ਜਿਹੀ ਕੋਈ ਵੈਲਿਊ ਦੇਣਾ ਚਾਹੁੰਦੇ ਹੋਗੇ ਤਾਂ ਤੁਸੀਂ ਹੈਸ਼ ਡਿਫਾਈਨ ਕਰਕੇ ਲਗਾ ਸਕਦੇ ਹੋ। ਹੁਣ ਇੱਥੇ ਜਿਹੜਾ ਇਹਦਾ ਫਾਇਦਾ ਕੀ ਹੈਗਾ, ਹਾਲਾਂਕਿ ਦੇਣ ਨੂੰ ਤਾਂ ਆਪਾਂ ਨੀਚੇ ਵੀ ਦੇ ਸਕਦੇ ਸੀ, ਇੱਥੇ ਦਾ ਫਾਇਦਾ ਇਹ ਹੈ ਬੇਟਾ ਕਿ ਜੇਕਰ ਪ੍ਰੋਗਰਾਮ ਦੇ ਵਿੱਚ ਤੁਸੀਂ 10 ਵਾਰੀ ਵਰਡ ਯੂਜ਼ ਕਰ ਲਿਆ m, ਕਲੀਅਰ ਹੈ, ਉਸ ਤੋਂ ਬਾਅਦ ਤੁਸੀਂ ਲੱਗਿਆ ਕਿ m ਦੀ ਵੈਲਿਊ ਆਪਾਂ 100 ਲਈ ਸੀ, ਬਾਅਦ 'ਚ ਆਪਾਂ ਨੂੰ ਲੱਗੇ ਕਿ ਨਹੀਂ ਅਸੀਂ 200 ਕਰਨੀ ਹੈ, ਤਾਂ ਤੁਹਾਨੂੰ ਜਸਟ ਇੱਕ ਹੀ ਜਗ੍ਹਾ 'ਤੇ ਕੱਟ ਕੇ 200 ਕਰਨਾ ਪਊ, ਬਾਕੀ 10 ਜਗ੍ਹਾ 'ਤੇ ਤੁਹਾਨੂੰ ਚੇਂਜਸ ਕਰਨ ਦੀ ਜ਼ਰੂਰਤ ਨਹੀਂ ਹੈ। ਇਸੇ ਲਈ ਅਸੀਂ ਡੈਫੀਨੇਸ਼ਨ ਸੈਕਸ਼ਨ ਨੂੰ ਯੂਜ਼ ਕਰਦੇ ਹਾਂ। ਨੈਕਸਟ ਹੈ ਤੁਹਾਡਾ ਗਲੋਬਲ ਸੈਕਸ਼ਨ। ਹੁਣ ਵੇਰੀਏਬਲਸ ਜਿਹੜੇ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ, ਲੋਕਲ ਵੇਰੀਏਬਲ ਅਤੇ ਗਲੋਬਲ ਵੇਰੀਏਬਲ। ਤਾਂ ਅਸੀਂ ਜਿਹੜੇ ਟੌਪਿਕ ਕਰਨ ਜਾ ਰਹੇ ਹਾਂ ਉਹ ਗਲੋਬਲ ਵੇਰੀਏਬਲਸ ਬਾਰੇ ਹੈ, ਬਟ ਗਲੋਬਲ ਵੇਰੀਏਬਲ ਤੋਂ ਪਹਿਲਾਂ ਆਪਾਂ ਲੋਕਲ ਪੜ੍ਹਦੇ ਹਾਂ। ਲੋਕਲ ਮੀਨਿੰਗ ਕੀ ਹੈ ਕਿ ਉਹ ਵੇਰੀਏਬਲ ਜਿਹੜੇ ਜਿੱਥੇ ਡਿਫਾਈਨ ਕੀਤੇ, ਜੋ ਇਹ ਇੰਨੇ ਕੁ ਹਿੱਸੇ 'ਚ ਡਿਫਾਈਨ ਕੀਤੇ ਤਾਂ ਸਿਰਫ ਇਹ ਇੰਨਾ ਕੁ ਹਿੱਸਾ ਹੀ ਉਹਨੂੰ ਯੂਜ਼ ਕਰੂਗਾ, ਬਾਕੀ ਜਿਹੜਾ ਪੂਰਾ ਪ੍ਰੋਗਰਾਮ ਹੈ ਉਹ ਉਹਨੂੰ ਯੂਜ਼ ਨਹੀਂ ਕਰ ਸਕਦਾ। ਉਹਨੂੰ ਅਸੀਂ ਲੋਕਲ ਬੋਲਦੇ ਹਾਂ ਕਿ ਜਿੱਥੇ ਡਿਫਾਈਨ ਹੈ ਸਿਰਫ ਉਹੀ ਉਹਨੂੰ ਯੂਜ਼ ਕਰੇ, ਹੋਰ ਕੋਈ ਯੂਜ਼ ਨਾ ਕਰੇ। ਗਲੋਬਲ ਵੇਰੀਏਬਲਸ ਉਹ ਨੇ
ਜਿਹੜੇ ਤੁਸੀਂ ਪੂਰੇ ਪ੍ਰੋਗਰਾਮ ਦੇ ਵਿੱਚ ਕਿਤੇ ਵੀ ਯੂਜ਼ ਕਰ ਸਕਦੇ ਹੋ, ਜਿੰਨੇ ਵੀ ਹਿੱਸੇ ਨੇ ਸਾਰੇ ਹਿੱਸੇ ਉਹਨਾਂ ਨੂੰ ਯੂਜ਼ ਕਰ ਸਕਦੇ ਹੋ, ਉਸ ਨੂੰ ਅਸੀਂ ਗਲੋਬਲ ਵੇਰੀਏਬਲ ਬੋਲਦੇ ਹਾਂ। ਅਤੇ ਇਹ ਪਾਰਟ ਵੀ ਤੁਹਾਡਾ ਆਪਸ਼ਨਲ ਹੈ, ਤੁਸੀਂ ਲੋੜ ਮੁਤਾਬਿਕ ਯੂਜ਼ ਕਰ ਸਕਦੇ ਹੋ ਜਾਂ ਸਕਿਪ ਵੀ ਕਰ ਸਕਦੇ ਹੋ। ਐਗਜ਼ਾਮਪਲ ਦੀ ਹੈਲਪ ਨਾਲ ਅਸੀਂ ਦੇਖਦੇ ਹਾਂ। ਤਾਂ ਇਸ ਐਗਜ਼ਾਮਪਲ ਦੇ ਵਿੱਚ ਦੋ ਵੇਰੀਏਬਲ ਲਏ ਨੇ, a = 8 ਐਂਡ b = 3। ਹੁਣ ਜਿਹੜਾ a ਆ ਉਹ ਮੇਨ ਤੋਂ ਪਹਿਲਾਂ ਲਿਆ ਹੋਇਆ, ਹੈਡਰ ਫਾਈਲਸ ਤੋਂ ਜਾਂ ਡਿਫਾਈਨ ਤੋਂ, ਜਿਹੜਾ ਕੁਝ ਵੀ ਤੁਸੀਂ ਪਹਿਲਾਂ ਲਗਾਉਣਾ ਉਹ ਲਗਾਉਣ ਤੋਂ ਬਾਅਦ ਇੱਕ ਆਪਾਂ ਵੇਰੀਏਬਲ ਲੈ ਲਿਆ ਮੇਨ ਤੋਂ ਪਹਿਲਾਂ, ਇੰਟ a = 8। ਮੇਨ ਤੋਂ ਪਹਿਲਾਂ ਲੈਣ ਦੇ ਨਾਲ ਹੀ ਇਹ ਤੁਹਾਡਾ ਗਲੋਬਲ ਵੇਰੀਏਬਲ ਬਣ ਗਿਆ। ਇੱਕ ਅਸੀਂ ਵੇਰੀਏਬਲ ਲਿਆ b, ਜਿਹੜਾ ਕਿ ਸਿਰਫ ਮੇਨ ਦੇ ਵਿੱਚ ਲਿਆ ਹੋਇਆ ਵੇਰੀਏਬਲ ਹੈ, ਤਾਂ ਉਹਨੂੰ ਅਸੀਂ ਲੋਕਲ ਵੇਰੀਏਬਲ ਬੋਲਦੇ ਹਾਂ। ਦੋਨਾਂ ਦੇ ਵਿੱਚ ਫਰਕ ਕੀ ਹੈ? ਜੇਕਰ ਇਹ ਗਲੋਬਲ ਹੈ ਉਹਨੂੰ ਮੇਨ ਵੀ ਯੂਜ਼ ਕਰ ਸਕਦਾ, ਸ਼ੋ ਫੰਕਸ਼ਨ ਵੀ ਯੂਜ਼ ਕਰ ਸਕਦਾ, ਕਿਉਂਕਿ ਇਹ ਤੁਹਾਡਾ ਗਲੋਬਲ ਹੈ, ਉਹਨੂੰ ਕੋਈ ਵੀ ਯੂਜ਼ ਕਰ ਸਕਦਾ, ਉਹ ਕਿਸੇ ਇੱਕ ਦੇ ਵਿੱਚ ਨਹੀਂ ਡਿਫਾਈਨ ਕੀਤਾ। ਬਟ b ਦੇ ਕੇਸ ਦੇ ਵਿੱਚ ਜਿਹੜੀ ਤੁਹਾਡੀ ਵੈਲਿਊ ਹੈ ਉਹ ਸਿਰਫ ਮੇਨ ਦੇ ਹਿੱਸੇ ਦੇ ਵਿੱਚ ਹੀ ਡਿਫਾਈਨ ਕੀਤੀ। ਤੁਸੀਂ ਸਿਰਫ ਇੱਥੇ ਹੀ ਦੱਸਿਆ ਕਿ b = 3 ਹੈ, ਕੋਈ ਵੇਰੀਏਬਲ ਹੈ b, ਉਹਦੀ ਵੈਲਿਊ 3 ਹੈ, ਤਾਂ ਉਹ ਲੋਕਲ ਵੇਰੀਏਬਲ ਹੈ, ਉਹਨੂੰ ਸ਼ੋ ਫੰਕਸ਼ਨ ਯੂਜ਼ ਨਹੀਂ ਕਰੂਗਾ। ਪ੍ਰੋਗਰਾਮ ਦੀ ਹੈਲਪ ਨਾਲ ਦੇਖਦੇ ਹਾਂ ਅਸੀਂ ਇਸੇ ਕਨਸੈਪਟ ਨੂੰ। ਐਗਜ਼ਾਮਪਲ ਦੇ ਵਿੱਚ ਤੁਸੀਂ ਮੇਨ ਤੋਂ ਪਹਿਲਾਂ ਇੱਕ ਗਲੋਬਲ ਵੇਰੀਏਬਲ ਲਿਆ, ਇੰਟ a = 5। ਹੁਣ ਇਹ ਗਲੋਬਲ ਵੇਰੀਏਬਲ ਹੈ, ਦੈਟ ਮੀਨਸ ਤੁਹਾਡਾ ਮੇਨ ਵੀ ਇਹਨੂੰ ਯੂਜ਼ ਕਰ ਸਕਦਾ ਅਤੇ ਸ਼ੋ ਫੰਕਸ਼ਨ ਵੀ ਇਹਨੂੰ ਯੂਜ਼ ਕਰ ਸਕਦਾ। ਉਸ ਤੋਂ ਬਾਅਦ ਨੀਚੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਵੇਰੀਏਬਲ b = 10 ਲਿਆ, ਤਾਂ ਹੁਣ b ਤੁਹਾਡਾ ਕਿਹੜਾ ਵੇਰੀਏਬਲ ਬਣ ਗਿਆ? ਲੋਕਲ ਵੇਰੀਏਬਲ। ਹੁਣ ਅਸੀਂ ਦੇਖਦੇ ਹਾਂ ਕਿ ਇਹਨਾਂ ਦੋਨਾਂ ਵੇਰੀਏਬਲਸ ਨੂੰ a ਅਤੇ b ਨੂੰ ਕੌਣ ਯੂਜ਼ ਕਰ ਸਕਦਾ ਅਤੇ ਕੌਣ ਯੂਜ਼ ਨਹੀਂ ਕਰ ਸਕਦਾ। ਹੁਣ ਇੱਥੇ ਮੇਨ ਦੇ ਵਿੱਚ ਦੋ ਪ੍ਰਿੰਟਫ ਸਟੇਟਮੈਂਟਸ ਨੇ, ਜਿਹਦੇ ਵਿੱਚ ਇੱਕ a ਦੀ ਵੈਲਿਊ ਪ੍ਰਿੰਟ ਕਰਵਾਈ ਹੈ ਅਤੇ ਇੱਕ b ਦੀ ਵੈਲਿਊ। ਹੁਣ ਇੱਕ ਚੀਜ਼ ਜਿਹੜੀ ਧਿਆਨ ਦੇਣ ਯੋਗ ਹੈ ਕਿ a ਤਾਂ ਗਲੋਬਲ ਹੈ, ਇਹਨੂੰ ਤਾਂ ਮੇਨ ਵੀ ਯੂਜ਼ ਕਰ ਸਕਦਾ, ਅਲਾਊਡ ਹੈ। b ਇਹਨੇ ਖੁਦ ਨਹੀਂ ਬਣਾਇਆ ਤਾਂ a ਵੀ ਇਹਨੂੰ ਯੂਜ਼ ਕਰ ਸਕਦਾ, ਯਾਨੀ ਕਿ ਮੇਨ ਦੋਨਾਂ ਨੂੰ a ਅਤੇ b ਦੋਨਾਂ ਨੂੰ ਯੂਜ਼ ਕਰ ਸਕਦਾ। ਨੀਚੇ ਜੋ ਤੁਸੀਂ ਸ਼ੋ 'ਤੇ ਆਉਣੇ ਆ, ਸ਼ੋ ਨੇ e ਨੂੰ ਯੂਜ਼ ਕੀਤਾ, ਇਹ ਵੀ ਸਹੀ ਹੈ ਕਿਉਂਕਿ a ਤੁਹਾਡਾ ਗਲੋਬਲ ਹੈ, ਉਹਨੂੰ ਕੋਈ ਵੀ ਯੂਜ਼ ਕਰ ਸਕਦਾ। ਬਟ ਜਿੱਥੇ ਸ਼ੋ ਨੇ b ਨੂੰ ਯੂਜ਼ ਕੀਤਾ ਇਹ ਗਲਤ ਹੈ, ਕਿਉਂਕਿ b ਤੁਹਾਡਾ ਲੋਕਲ ਵੇਰੀਏਬਲ, ਉਹ ਤਾਂ ਸਿਰਫ ਮੇਨ ਦੇ ਵਿੱਚ ਹੀ ਬਣਿਆ ਸੀ, ਮੇਨ ਹੀ ਉਹਨੂੰ ਯੂਜ਼ ਕਰ ਸਕਦਾ ਸੀ। ਜੇਕਰ ਸ਼ੋ ਉਹਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਇੱਥੇ ਤੁਹਾਡੀ ਐਰਰ ਆਏਗੀ ਕਿ ਉਹ b ਨੂੰ ਯੂਜ਼ ਨਹੀਂ ਕਰ ਸਕਦਾ। ਤਾਂ ਆਈ ਥਿੰਕ ਤੁਹਾਨੂੰ ਇੱਥੇ ਗਲੋਬਲ ਵੇਰੀਏਬਲ ਦਾ ਕਨਸੈਪਟ ਕਲੀਅਰ ਹੈ। ਦੈਨ ਨੈਕਸਟ ਅਸੀਂ ਕਰ ਰਹੇ ਹਾਂ ਮੇਨ ਫੰਕਸ਼ਨ। ਹੁਣ ਮੇਨ ਫੰਕਸ਼ਨ ਬਾਰੇ ਤੁਸੀਂ ਸਭ ਨੇ ਕਾਫੀ ਵਾਰ ਪੜ੍ਹ ਚੁੱਕੇ ਹੋ ਤੁਸੀਂ। ਤਾਂ ਮੇਨ ਫੰਕਸ਼ਨ ਕੀ ਹੈ? ਤੁਹਾਡੀ ਹਰ C ਦੇ ਪ੍ਰੋਗਰਾਮ ਦੇ ਵਿੱਚ ਇੱਕ ਮੇਨ ਫੰਕਸ਼ਨ ਹੁੰਦਾ, ਅਤੇ C ਦਾ ਪ੍ਰੋਗਰਾਮ ਤੁਹਾਡਾ 100 ਲਾਈਨਸ ਦਾ ਹੋਵੇ, 1000 ਲਾਈਨਸ ਦਾ ਹੋਵੇ, ਜਿੰਨੀਆਂ ਵੀ ਲਾਈਨਸ ਦਾ, ਮੇਨ ਉੱਪਰ ਹੈ ਜਾਂ ਨੀਚੇ ਹੈ, C ਦੇ ਕੰਪਾਈਲਰ ਨੇ ਹਮੇਸ਼ਾ ਪਹਿਲਾਂ ਕੀ ਲੱਭਣਾ? ਮੇਨ। ਅਤੇ ਉਹਨੇ ਪ੍ਰੋਗਰਾਮ ਨੂੰ ਚਲਾਉਣਾ, ਪ੍ਰੋਗਰਾਮ ਨੂੰ ਐਗਜ਼ੀਕਿਊਟ ਕਰਨਾ ਹਮੇਸ਼ਾ ਮੇਨ ਤੋਂ ਹੀ ਸ਼ੁਰੂ ਕਰਦਾ। C ਦਾ ਕੰਪਾਈਲਰ ਜੇ ਪ੍ਰੋਗਰਾਮ 2000 ਲਾਈਨਸ ਦਾ ਵੀ ਹੈ ਨਾ, ਸਭ ਤੋਂ ਪਹਿਲਾਂ ਉਹਦੇ ਵਿੱਚ ਮੇਨ ਨੂੰ ਲੱਭੂਗਾ। ਮੇਨ ਲੱਭ ਕੇ ਪ੍ਰੋਗਰਾਮ ਦੀ ਜਿਹੜੀ ਐਗਜ਼ੀਕਿਊਸ਼ਨ ਹੈ ਉਹ ਹਮੇਸ਼ਾ ਮੇਨ ਤੋਂ ਸ਼ੁਰੂ ਹੁੰਦੀ ਹੈ। ਇਸ ਕਰਕੇ ਤੁਸੀਂ ਸਮਾਲ ਲੈਟਰਸ ਦੇ ਵਿੱਚ ਇੱਥੇ ਇੱਕ ਚੀਜ਼ ਯਾਦ ਰੱਖਿਓ ਬੇਟਾ, ਜੇ ਮੈਂ ਐਵੇਂ ਕੈਪੀਟਲ ਪਾ ਰਹੀ ਤਾਂ ਇਹ ਚੀਜ਼ ਤੁਹਾਡੀ ਗਲਤ ਹੈ। ਤੁਸੀਂ ਕੈਪੀਟਲ ਦੇ ਵਿੱਚ ਮੇਨ ਨਹੀਂ ਲਿਖ ਸਕਦੇ, ਮੇਨ ਦੈਨ ਪਿੱਛੇ ਗੋਲ ਬ੍ਰੈਕਟ, ਪਿੱਛੇ ਕੋਈ ਸੈਮੀਕੋਲਨ ਨਹੀਂ ਆਉਂਦਾ, ਇਸ ਤਰ੍ਹਾਂ ਲਿਖੋਗੇ। ਹੁਣ ਤੁਹਾਡੇ ਮੇਨ ਫੰਕਸ਼ਨ ਦੇ ਵਿੱਚ ਦੋ ਚੀਜ਼ਾਂ ਹੋ ਸਕਦੀਆਂ ਨੇ, ਤਾਂ ਕਿਹੜੀਆਂ ਦੋ ਨੇ? ਫਸਟ ਹੈ ਤੁਹਾਡਾ ਡੈਕਲੇਰੇਸ਼ਨ ਪਾਰਟ, ਉਹ ਪਾਰਟ ਜਿਸ ਦੇ ਵਿੱਚ ਕਿ ਤੁਸੀਂ ਵੇਰੀਏਬਲਸ ਡਿਕਲੇਅਰ ਕਰਦੇ ਹੋ, ਜਿਵੇਂ ਇੰਟ a = 5, ਇੰਟ b = 10 ਜਾਂ ਇੰਟ c, ਇਸ ਤਰ੍ਹਾਂ ਕਰਕੇ ਜਦੋਂ ਵੇਰੀਏਬਲਸ ਨੂੰ ਸਿਰਫ ਡਿਕਲੇਅਰ ਕਰ ਰਹੇ ਹੋ ਉਸ ਨੂੰ ਅਸੀਂ ਡੈਕਲੇਰੇਸ਼ਨ ਪਾਰਟ ਬੋਲਦੇ ਹਾਂ। ਐਗਜ਼ੀਕਿਊਟੇਬਲ ਪਾਰਟ ਉਹ ਜਿਸ ਦੇ ਵਿੱਚ ਐਗਜ਼ੀਕਿਊਟੇਬਲ ਸਟੇਟਮੈਂਟਸ ਹੁੰਦੀਆਂ, ਜਿਨ੍ਹਾਂ ਨੂੰ ਕਿ ਕੰਪਾਈਲਰ ਨੇ ਰਨ ਕਰਨਾ ਹੁੰਦਾ, ਚਲਾ ਕੇ ਦੇਖਣਾ ਹੁੰਦਾ, ਕੰਪਿਊਟ ਕਰਨਾ ਹੁੰਦਾ। ਜਿਵੇਂ ਪ੍ਰਿੰਟ ਕਰਨ ਨੂੰ ਤੁਸੀਂ ਕੁਛ ਕਿਹਾ, ਤੁਸੀਂ ਕੁਛ ਪਲੱਸ ਮਾਈਨਸ ਕਰਨ ਨੂੰ ਕਿਹਾ, ਉਹ ਸਟੇਟਮੈਂਟਸ ਤੁਹਾਡੀਆਂ ਐਗਜ਼ੀਕਿਊਟੇਬਲ ਪਾਰਟ ਅਖਵਾਉਂਦੀਆਂ। ਅਤੇ ਦੋਨੇ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਸਟੇਟਮੈਂਟਸ ਮੇਨ ਫੰਕਸ਼ਨ ਦੇ ਵਿੱਚ ਆ ਸਕਦੀਆਂ ਨੇ। ਐਗਜ਼ਾਮਪਲ ਦੇ ਨਾਲ ਅਸੀਂ ਦੇਖਦੇ ਹਾਂ। ਤਾਂ ਹੈਡਰ ਫਾਈਲਸ ਤੋਂ ਬਾਅਦ ਅਸੀਂ ਲਗਾਇਆ ਮੇਨ ਫੰਕਸ਼ਨ। ਮੇਨ ਫੰਕਸ਼ਨ ਦੇ ਵਿੱਚ ਤੁਸੀਂ ਵੇਰੀਏਬਲਸ ਡਿਕਲੇਅਰ ਕੀਤੇ ਨੇ, ਇੰਟ a = 5, b = 4, c। ਵੇਰੀਏਬਲਸ ਡਿਕਲੇਅਰ ਕਰਨ ਤੋਂ ਬਾਅਦ ਫਿਰ ਤੁਸੀਂ c = a + b ਕਰਨ ਨੂੰ ਕਿਹਾ ਕਿ a ਅਤੇ b ਨੂੰ ਜੋੜ ਕੇ c ਦੇ ਵਿੱਚ ਪਵਾ ਦੇ, ਅਤੇ ਫਿਰ ਉਸ ਤੋਂ ਬਾਅਦ ਤੁਸੀਂ ਪ੍ਰਿੰਟ ਆਫ ਕਰਵਾਤਾ c ਨੂੰ। ਇਸ ਦੇ ਵਿੱਚ ਜਿਹੜੀ ਫਸਟ ਲਾਈਨ ਆਊਟ ਜੋ ਡੈਕਲੇਰੇਸ਼ਨ ਹੈ, ਅਤੇ ਜਿਹੜੀਆਂ ਤੁਹਾਡੀਆਂ ਦੂਸਰੀਆਂ ਦੋ ਸਟੇਟਮੈਂਟਸ ਨੇ ਉਹ ਦੋਨੋਂ ਐਗਜ਼ੀਕਿਊਟੇਬਲ ਸਟੇਟਮੈਂਟਸ ਨੇ। ਮੇਨ ਤੋਂ ਬਾਅਦ ਆਉਂਦਾ ਤੁਹਾਡਾ ਸਬ ਪ੍ਰੋਗਰਾਮ ਸੈਕਸ਼ਨ,
ਜਿਸ ਦੇ ਵਿੱਚ ਕਿ ਤੁਸੀਂ ਮੇਨ ਤੋਂ ਇਲਾਵਾ ਆਪਣੇ ਹੋਰ ਵੀ ਫੰਕਸ਼ਨਸ ਬਣਾ ਸਕਦੇ ਹੋ। ਜਿਸ ਤਰ੍ਹਾਂ ਅਸੀਂ ਮੇਨ ਬਣਾਉਂਦੇ ਹੋ, ਤੁਸੀਂ ਮੇਨ ਤੋਂ ਇਲਾਵਾ ਵੀ ਹੋਰ ਫੰਕਸ਼ਨਸ ਬਣਾ ਸਕਦੇ ਹੋ, ਕਿੰਨੇ ਵੀ ਬਣਾ ਸਕਦੇ ਹੋ। ਇੱਕ ਮੇਨ ਬਣਾਉਣਾ ਜ਼ਰੂਰੀ ਹੈ, ਉਸ ਤੋਂ ਬਾਅਦ ਤੁਸੀਂ ਆਪਣੀ ਲੋੜ ਮੁਤਾਬਿਕ ਬਣਾ ਵੀ ਸਕਦੇ ਹੋ ਜਾਂ ਛੱਡ ਵੀ ਸਕਦੇ ਹੋ। ਇਸ ਦੇ ਵਿੱਚ ਤੁਹਾਡੇ ਦੁਆਰਾ ਬਣਾਏ ਗਏ ਹੋਰ ਫੰਕਸ਼ਨਸ ਹੁੰਦੇ ਨੇ। ਐਗਜ਼ਾਮਪਲ ਨਾਲ ਚੈੱਕ ਕਰਦੇ ਹਾਂ ਅਸੀਂ, ਜਿਵੇਂ ਅਸੀਂ ਇੱਕ ਮੇਨ ਫੰਕਸ਼ਨ ਬਣਾਇਆ, ਮੇਨ ਤੋਂ ਬਾਅਦ ਅਸੀਂ ਇੱਕ ਹੋਰ ਸ਼ੋ ਫੰਕਸ਼ਨ ਬਣਾਇਆ, ਤੇ ਇਸ ਤਰ੍ਹਾਂ ਕਰਕੇ ਮੇਨ ਦਾ ਨਾਮ ਮੇਨ ਰੱਖਣਾ ਇਹ ਤਾਂ ਜ਼ਰੂਰੀ ਹੈ, ਤਾਂ ਰੂਲ ਹੈ। ਬਟ ਜਿਹੜੇ ਬਾਕੀ ਫੰਕਸ਼ਨਸ ਤੁਸੀਂ ਬਣਾ ਰਹੇ ਹੋ ਉਹਨਾਂ ਦਾ ਨਾਮ ਸ਼ੋ, ਐਡ, ਸਮ, fun1, fun2 ਕੁਛ ਵੀ ਨਾਮ ਤੁਸੀਂ ਆਪਣੇ ਕੋਲੋਂ ਦੇ ਸਕਦੇ ਹੋ, ਅਤੇ ਉਹਦੀ ਕੋਡਿੰਗ ਦੇ ਵਿੱਚ ਤੁਸੀਂ ਆਪਣੇ ਮੁਤਾਬਿਕ ਜਿਹੜੀ ਵੀ ਤੁਹਾਨੂੰ ਲੋੜ ਹੈ ਕੰਮ ਕਰਵਾਉਣ ਦੀ ਉਹ ਕੋਡਿੰਗ ਕਰ ਸਕਦੇ ਹੋ। ਤਾਂ ਤੁਹਾਡੇ ਦੁਆਰਾ ਬਣਾਏ ਹੋਏ ਹੋਰ ਜਿਹੜੇ ਤੁਹਾਡੇ ਫੰਕਸ਼ਨਸ ਨੇ ਉਹਨਾਂ ਨੂੰ ਸਬ ਪ੍ਰੋਗਰਾਮ ਸੈਕਸ਼ਨ ਬੋਲਿਆ ਜਾਂਦਾ ਹੈ। ਹੁਣ ਇੱਕ ਪ੍ਰੋਗਰਾਮ ਦੇ ਐਗਜ਼ਾਮਪਲ ਨਾਲ ਆਪਾਂ ਚੈੱਕ ਕਰਦੇ ਹਾਂ। ਤੁਸੀਂ ਇੱਕ ਵਾਰ ਵੀਡੀਓ ਰੋਕ ਕੇ ਖੁਦ ਚੈੱਕ ਕਰਨ ਦੀ ਕੋਸ਼ਿਸ਼ ਕਰਿਓ ਕਿ ਕਿਹੜਾ ਪਾਰਟ ਕੀ ਹੈ। ਜਿਵੇਂ ਸਭ ਤੋਂ ਪਹਿਲਾਂ ਆਈਆਂ #include stdio.h ਤੇ #include conio.h। ਇੱਥੇ ਇੱਕ ਚੀਜ਼ ਧਿਆਨ ਦੇਣ ਯੋਗ ਹੈ ਬੇਟਾ ਕਿ ਤੁਸੀਂ ਕਦੇ ਵੀ ਪਿੱਛੇ ਸੈਮੀਕੋਲਨ ਨਹੀਂ ਪਾਓਗੇ ਹੈਡਰ ਫਾਈਲਸ ਦੇ ਪਿੱਛੇ। #include ਸਮੋਲ ਲੈਟਰਸ ਦੇ ਵਿੱਚ ਲਿਖ ਕੇ ਐਂਗਲ ਬ੍ਰੈਕਟ ਤੁਹਾਡੀ ਹੈਡਰ ਫਾਈਲ ਦਾ ਨਾਮ .h ਮਤਲਬ ਹੈਡਰ ਫਾਈਲ ਆਉਂਦਾ। ਇੱਥੇ stdio ਹੁੰਦਾ ਸਟੂਡੀਓ ਨਹੀਂ। ਬਹੁਤ ਸਾਰੇ ਬੱਚਿਆਂ ਨੂੰ ਜਦੋਂ ਅਸੀਂ ਪ੍ਰੋਗਰਾਮਿੰਗ ਕਰਦੇ ਦੇਖਦੇ ਹਾਂ ਤਾਂ ਸ਼ੁਰੂ ਦੇ ਵਿੱਚੋਂ ਸਟੂਡੀਓ ਪਾਉਂਦੇ ਆ, ਯੂ ਨਹੀਂ ਆਊਗਾ ਇਹਦੇ ਵਿੱਚ। ਤਾਂ ਤੁਸੀਂ ਲਿਖੋਗੇ stdio.h ਮਤਲਬ ਸਟੈਂਡਰਡ ਇਨਪੁਟ ਆਊਟਪੁੱਟ। ਦੈਨ ਉਸ ਤੋਂ ਬਾਅਦ ਸੈਕਿੰਡ ਹੈਡਰ ਫਾਈਲ ਹੈ conio.h, ਜਿਸਦੀ ਕਿ ਫੁੱਲ ਫਾਰਮ ਹੈ ਕੰਸੋਲ ਇਨਪੁਟ ਆਊਟਪੁੱਟ। ਉਸ ਤੋਂ ਬਾਅਦ ਤੁਸੀਂ ਹੈਸ਼ ਡਿਫਾਈਨ ਕਰਕੇ ਮੈਕਸ 100 ਲਿਖਿਆ। ਦੈਟ ਮੀਨਸ ਤੁਸੀਂ ਕੀ ਕੀਤਾ, ਇੱਕ ਸਿੰਬੋਲਿਕ ਕੌਨਸਟੈਂਟ ਡਿਫਾਈਨ ਕੀਤਾ। ਦੈਨ ਤੁਸੀਂ ਕੋਈ ਆਪਦੇ ਫੰਕਸ਼ਨ ਬਣਾਇਆ ਹੈਗਾ, ਉਹਦਾ ਨਾਮ ਦੱਸਿਆ ਹੈਗਾ, ਕਲੀਅਰ ਹੈ। ਉਸ ਤੋਂ ਬਾਅਦ ਕੋਈ ਵੇਰੀਏਬਲ ਹੈ ਤੇ ਇਹ ਦੋਨੋਂ ਤੁਹਾਡੇ ਗਲੋਬਲ ਡੈਕਲੇਰੇਸ਼ਨ ਦਾ ਹਿੱਸਾ ਹੈ। ਜਿਸ ਤੋਂ ਬਾਅਦ ਕਿ ਤੁਸੀਂ ਮੇਨ ਫੰਕਸ਼ਨ ਬਣਾਇਆ ਅਤੇ ਮੇਨ ਫੰਕਸ਼ਨ ਦੇ ਵਿੱਚ ਤੁਸੀਂ ਇੱਕ ਵੇਰੀਏਬਲ ਲਿਆ A100 ਅਤੇ ਇੱਕ ਤੁਸੀਂ ਪ੍ਰਿੰਟ ਆਫ ਕਰਵਾ ਕੇ ਦਿਖਾ ਰਹੇ ਹੋ। ਇਹ ਤੁਹਾਡਾ ਮੇਨ ਫੰਕਸ਼ਨ ਹੈ। ਮੇਨ ਦੀ ਕਰਲੀ ਬ੍ਰੇਸ ਤੋਂ ਲੈ ਕੇ ਸਟਾਰਟਿੰਗ ਤੋਂ ਐਂਡ ਤੱਕ ਉਹ ਤੁਹਾਡਾ ਮੇਨ ਫੰਕਸ਼ਨ ਹੈ। ਉਸ ਤੋਂ ਬਾਅਦ ਤੁਸੀਂ ਨੀਚੇ ਇੱਕ ਹੋਰ ਫੰਕਸ਼ਨ ਬਣਾਇਆ ਐਡ ਫੰਕਸ਼ਨ, ਜਿਸ ਦੇ ਵਿੱਚ ਕਿ ਜਸਟ ਤੁਸੀਂ ਇੱਕ ਮੈਸੇਜ ਪ੍ਰਿੰਟ ਕਰਾ ਰਹੇ ਹੋ ਹੈਲੋ ਐਡ। ਤਾਂ ਇਸ ਤਰ੍ਹਾਂ ਜਿਹੜਾ ਹੈ ਤੁਹਾਡਾ ਪ੍ਰੋਗਰਾਮ ਬਣਦਾ, ਜਿਹਦੇ ਵਿੱਚੋਂ ਕਿ ਤੁਸੀਂ ਡੈਫੀਨੇਸ਼ਨ ਸੈਕਸ਼ਨ ਨੂੰ, ਗਲੋਬਲ ਡੈਕਲੇਰੇਸ਼ਨ ਸੈਕਸ਼ਨ ਨੂੰ ਜਾਂ ਸਬ ਪ੍ਰੋਗਰਾਮ ਸੈਕਸ਼ਨ ਨੂੰ ਸਕਿਪ ਕਰ ਸਕਦੇ ਹੋ। ਤਾਂ ਇਹ ਸੀ ਤੁਹਾਡੇ ਪ੍ਰੋਗਰਾਮ ਦਾ ਸਟਰਕਚਰ।